ਇੱਕ ਅਹਿਮ ਫੈਸਲਾ ਲਿਆ ਗਿਆ ਜੋ ਇਹ ਐਡਵਾਂਸ ਕੈਂਸਰ ਇੰਸਟੀਚਿਊਟ ਹੈ ਇਸ ਨੂੰ ਕੋਵਿਡ ਦੇ ਜਿਹੜੇ ਪੇਸ਼ੈਂਟ ਨੇ ਇੱਥੇ ਟ੍ਰੀਟਮੈਂਟ ਇੱਥੇ ਕੀਤਾ ਜਾਣਾ ਤਾਂ ਇਸ ਨੂੰ ਲੈ ਕੇ ਟੇਕ ਓਵਰ ਕਰ ਲਿਆ ਗਿਆ ਹੈਗਾ। ਕੋਵਿਡ ਦਾ ਇਲਾਜ ਹੋਣਾ ਜ਼ਰੂਰੀ ਹੈ, ਲੇਕਿਨ ਤੁਸੀਂ ਦੋ ਇਨਫੈਕਸ਼ਨਸ ਨੂੰ ਇੱਕ ਰੂਫ ਦੇ ਨੀਚੇ ਪਹਿਲੀ ਗੱਲ ਕਲੱਬ ਕਰਤਾ ਕਿ ਜੀ ਕੈਮੋਥੈਰੇਪੀ ਇਫੈਕਟ ਹੋਈ ਹੈ ਤਾਂ ਕੈਮੋਥੈਰੇਪੀ ਕਰਾਉਣ ਵਾਸਤੇ ਉਹ ਉੱਥੇ ਜਾਣਗੇ ਵਾਟ ਯੂ ਕਾਲ ਇਟ ਸਿਵਲ ਹਸਪੀਟਲ ਜਾਂ ਕਿਤੇ ਹੋਰ ਆਲਟਰਨੇਟ ਅਰੇਂਜਮੈਂਟ ਕਰਾਂਗੇ। ਹੁਣ ਇੱਕ ਕੈਂਸਰ ਪੇਸ਼ੈਂਟ ਜੇ ਇੰਨਾ ਹੀ ਕਾਬਲ ਹੋਵੇ ਵੀ ਉਹਨੂੰ ਵਾਰੀ-ਵਾਰੀ ਆਪਾਂ ਚੱਕ ਕੇ ਤੇ ਤੁਰੇ ਫਿਰਦੇ ਮਤਲਬ ਸ਼ਿਫਟ ਕਰ ਸਕਦੇ ਹੋਈਏ, ਪਹਿਲੀ ਗੱਲ ਤਾਂ ਉਹਨੂੰ ਸ਼ਿਫਟ ਕਰਨ ਵਾਸਤੇ ਐਟਲੀਸਟ ਦੋ ਬੰਦੇ ਉਹਦੇ ਅਟੈਂਡੈਂਟਸ ਨਾਲ ਚਾਹੀਦੇ। ਕੋਵਿਡ ਦੇ ਨਾਮ ਤੇ ਘਟੀਆ ਰਾਜਨੀਤੀ ਨਾ ਹੋਵੇ। ਅਗਰ ਮੈਂ ਹੈਲਥ ਮਿਨਿਸਟਰ ਕੋਲ ਫਰਿਆਦ ਨਹੀਂ ਲਾਉਂਗਾ, ਆਪਦੇ ਸੀਐਮ ਕੋਲ ਫਰਿਆਦ ਨਹੀਂ ਲਾਉਂਗਾ ਤਾਂ ਜਾ ਕੇ ਮੈਂ ਉਸ ਗੁਜਰਾਤੀ ਕੋਲ ਲਾਉਂਗਾ। ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ ਤੁਸੀਂ। ਮੈਂ ਹਾਂ ਗੌਤਮ ਕੁਮਾਰ। ਅਸੀਂ ਇਸ ਵੇਲੇ ਮੌਜੂਦ ਹਾਂ ਬਠਿੰਡਾ ਦੇ ਵਿੱਚ ਤੇ ਬਠਿੰਡਾ ਦੇ ਇਸ ਐਡਵਾਂਸਡ ਕੈਂਸਰ ਇੰਸਟੀਚਿਊਟ ਦੇ ਬਾਹਰ। ਅਸੀਂ ਇਸ ਦੇ ਬਾਹਰ ਇਸ ਲਈ ਮੌਜੂਦ ਹਾਂ ਕਿਉਂਕਿ ਹਾਲ ਹੀ ਦੇ ਵਿੱਚ ਕੱਲ ਜੋ ਪੰਜਾਬ ਸਰਕਾਰ ਦੀ ਬੈਠਕ ਹੋਈ ਹੈ ਉਸ ਦੇ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ ਜੋ ਇਹ ਐਡਵਾਂਸ ਕੈਂਸਰ ਇੰਸਟੀਚਿਊਟ ਹੈ ਇਸ ਨੂੰ ਕੋਵਿਡ ਦੇ ਜਿਹੜੇ ਪੇਸ਼ੈਂਟ ਨੇ ਇੱਥੇ ਟ੍ਰੀਟਮੈਂਟ ਇੱਥੇ ਕੀਤਾ ਜਾਣਾ ਤਾਂ ਇਸ ਨੂੰ ਲੈ ਕੇ ਟੇਕ ਓਵਰ ਕਰ ਲਿਆ ਗਿਆ ਹੈਗਾ। ਕੁਝ ਪੇਸ਼ੈਂਟਸ ਇੱਥੇ ਕੈਂਸਰ ਦੇ ਵੀ ਐਡਮਿਟਡ ਨੇ ਤੇ ਕੁਝ ਇੱਥੇ ਜਿਹੜਾ 3rd ਫਲੋਰ ਜਿਹੜਾ ਬਣਾਇਆ ਗਿਆ ਉਸ ਨੂੰ ਕਰੋਨਾ ਸਪੈਸ਼ਲ ਵਾਰਡ ਬਣਾਇਆ ਗਿਆ। ਇਸ ਨੂੰ ਲੈ ਕੇ ਕੁਝ ਜਿਹੜੇ ਕੈਂਸਰ ਪੀੜਿਤ ਪੇਸ਼ੈਂਟਸ ਨੇ ਜਾਂ ਉਹਨਾਂ ਦੇ ਜਿਹੜੇ ਅਟੈਂਡੈਂਟ ਨੇ ਜਾਂ ਇੱਥੇ ਕਈ ਕੈਂਸਰ ਪੀੜਿਤ ਪੇਸ਼ੈਂਟਸ ਨੂੰ ਲੈ ਕੇ ਸਮਾਜ ਸੇਵਾ ਕਰਦੇ ਨੇ, ਉਹਨਾਂ ਨੂੰ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੇ ਲਈ ਤੁਹਾਨੂੰ ਇੱਕ ਜਾਣਕਾਰੀ ਇਹ ਵੀ ਦੇ ਰਹੀ ਹੈ ਕਿ ਜਿਹੜਾ ਇਹ ਰਿਸਰਚ ਜੋ ਐਡਵਾਂਸ ਕੈਂਸਰ ਰਿਸਰਚ ਇੰਸਟੀਚਿਊਟ ਜੋ ਖੋਲ੍ਹਿਆ ਗਿਆ ਸੀਗਾ, ਇਹ ਸਰਕਾਰ ਦਾ ਇੱਕ ਚੰਗਾ ਉਪਰਾਲਾ ਸੀਗਾ ਕਿ ਜਿਹੜੇ ਕੈਂਸਰ ਦੇ ਜੋ ਪੇਸ਼ੈਂਟ ਸੀਗੇ ਜੋ ਪਹਿਲਾਂ ਕਿਤੇ ਇਲਾਜ ਕਰਾਉਣ ਦੇ ਲਈ ਬੀਕਾਨੇਰ ਜਾਣਾ ਪੈਂਦਾ ਸੀਗਾ, ਬੀਕਾਨੇਰ ਜਾਂਦੇ ਸੀਗੇ। ਇੱਕ ਹੋਰ ਜਾਣਕਾਰੀ, ਅਹਿਮ ਜਾਣਕਾਰੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਬਠਿੰਡਾ ਤੋਂ ਇਲਾਵਾ ਜਿਹੜਾ ਮਾਲਵਾ ਏਰੀਆ, ਮਾਲਵਾ ਖੇਤਰ ਜਿਹੜਾ ਹੈਗਾ ਉਹ ਖਾਸ ਤੌਰ ਦੇ ਉੱਤੇ ਇੱਕ ਜਿਹੜਾ ਕੈਂਸਰ ਬੈਲਟ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਬਠਿੰਡਾ ਦੇ ਵਿੱਚ ਇੱਕ ਟ੍ਰੇਨ ਪਹੁੰਚਦੀ ਹੈ ਜਿਸ ਦਾ ਨਾਂ ਕੈਂਸਰ ਟ੍ਰੇਨ ਰੱਖਿਆ ਗਿਆ ਸੀਗਾ। ਉਹ ਟ੍ਰੇਨ ਬੀਕਾਨੇਰ ਜਾਂਦੀ ਸੀ ਜਿੱਥੇ ਜ਼ਿਆਦਾਤਰ ਲੋਕ ਜਿਹੜੇ ਸੀਗੇ ਉਹ ਬਠਿੰਡਾ ਦੇ ਵਿੱਚ ਰੇਲਵੇ ਸਟੇਸ਼ਨ ਤੋਂ ਰਾਤ 9 ਵਜੇ ਇਸ ਕੈਂਸਰ ਟ੍ਰੇਨ ਦੇ ਵਿੱਚ ਜਾ ਕੇ ਬੀਕਾਨੇਰ 'ਚ ਇਲਾਜ ਕਰਾਉਣ ਦੇ ਲਈ ਜਾਂਦੇ ਸੀਗੇ। ਪਰ ਇਸ ਇੰਸਟੀਚਿਊਟ ਤੋਂ ਬਾਅਦ ਇੱਥੇ ਕਾਫੀ ਲੋਕਾਂ ਨੂੰ ਸਹੂਲਤਾਂ ਮਿਲੀਆਂ ਸੀਗੀਆਂ, ਪਰ ਹੁਣ ਕਿਤੇ ਨਾ ਕਿਤੇ ਇਹ ਲੋਕਾਂ ਦੇ ਵਾਸਤੇ ਦਿੱਕਤਾਂ ਬਣ ਗਈਆਂ ਨੇ। ਜਿਹੜਾ ਇਹ ਕੋਰੋਨਾ ਮਹਾਮਾਰੀ ਦੇ ਪੇਸ਼ੈਂਟ ਜਿਹੜੇ ਇੱਥੇ ਆਉਣ ਲੱਗ ਪਏ ਨੇ, ਹਾਲਾਂਕਿ ਇਲਾਜ ਦੋਹੇ ਜ਼ਰੂਰੀ ਨੇ ਪਰ ਗਵਰਨਮੈਂਟ ਦੀਆਂ ਸਹੂਲਤਾਂ ਜਿਹੜੀਆਂ ਦੇਣੀਆਂ ਚਾਹੀਦੀਆਂ ਸੀਗੀਆਂ ਉਹ ਕਿਸ ਤਰੀਕੇ ਦੀਆਂ ਨੇ, ਉਸ ਨੂੰ ਲੈ ਕੇ ਮੇਰੇ ਨਾਲ ਇੱਕ ਸਮਾਜ ਸੇਵਕ ਨੇ ਜੋ ਇੱਥੇ ਕੈਂਸਰ ਪੀੜਿਤ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੇ ਇੱਥੇ ਸੇਵਾ ਕਰਦੇ ਨੇ। ਮਨੀਸ਼ ਜੋਸ਼ੀ ਜੀ ਦੀ ਮੈਂ ਗੱਲ ਕਰ ਰਿਹਾ। ਜੋਸ਼ੀ ਜੀ, ਜਿਹੜੀ ਇਸ ਘਟਨਾ ਦੇ ਬਾਰੇ ਦੱਸ ਦਿਓ ਕਿ ਪਹਿਲਾਂ ਕਿ ਜਦੋਂ ਤੁਸੀਂ ਇੱਥੇ ਸੇਵਾ ਕਰਨ ਲੱਗੇ ਹੋ ਇਹ ਕਿਵੇਂ ਤੁਹਾਡੀ ਭਾਵਨਾ ਜਾਗੇਗੀ ਜੇ ਤੁਸੀਂ ਇੱਥੇ ਆ ਕੇ ਕੈਂਸਰ ਪੀੜਿਤ ਪੇਸ਼ੈਂਟਸ ਦੀ ਸੇਵਾ ਕਰ ਰਹੇ ਹੋ। ਮਤਲਬ ਕੈਂਸਰ ਅਫੈਕਟਡ ਸੀਗੇ, ਕੈਂਸਰ ਪੇਸ਼ੈਂਟ ਸੀ, ਠੀਕ ਹੈ। ਅਗਸਤ 27 ਨੂੰ ਉਹ ਐਕਸਪਾਇਰ ਹੋ ਗਏ, ਠੀਕ ਹੈ। ਅੱਛਾ, 8 ਮਹੀਨੇ ਲਗਾਤਾਰ ਇਸ ਹਸਪੀਟਲ 'ਚ ਲਗਭਗ ਉਹਨਾਂ ਦਾ ਇਲਾਜ ਚੱਲਿਆ, ਇੱਥੇ ਹੀ ਐਡਮਿਟ ਸੀ। ਡੇ ਐਂਡ ਨਾਈਟ ਮਦਰ ਦੇ ਨਾਲ ਐਜ਼ ਅ ਬੀਇੰਗ, ਮਤਲਬ ਦੇਖੋ ਹੋਰ ਕੋਈ ਕੇਅਰ ਟੇਕਰ ਜਾਂ ਮਤਲਬ ਅਟੈਂਡੈਂਟ ਨਹੀਂ ਸੀ। ਦਿਨ ਰਾਤ ਮਦਰ ਦੇ ਨਾਲ ਮੈਂ ਇੱਥੇ ਮਤਲਬ ਸਟੇ ਕੀਤਾ ਜਿੰਨਾ ਟਾਈਮ ਮੇਰੇ ਮਾਤਾ ਜੀ ਨੇ ਸਰਵਾਈਵ ਕੀਤਾ। ਮਤਲਬ ਮੈਨੂੰ ਇਸ ਜਗ੍ਹਾ ਦੇ ਜਾਂ ਇੱਥੋਂ ਦੇ ਸਾਰੇ ਪ੍ਰੋਪਰ ਫੰਕਸ਼ਨਿੰਗ ਬਾਰੇ ਪਤਾ ਹੈ ਕਿਉਂ ਦਿਨ ਰਾਤ ਮੈਂ ਇੱਥੇ ਰਿਹਾ। ਹਾਂ, 8 ਮਹੀਨੇ ਦਾ ਮਤਲਬ ਰਫਲੀ 8 ਮਹੀਨੇ, ਮਤਲਬ ਡੇਟ ਟੂ ਡੇਟ ਮੈਂ ਤੁਹਾਨੂੰ ਐਗਜ਼ੈਕਟ ਦੇ ਦਿੰਦਾ, ਕੋਈ ਐਸੀ ਗੱਲ ਨਹੀਂ, ਰਿਕਾਰਡਸ ਦੇ ਹਿਸਾਬ ਨਾਲ ਮਤਲਬ ਰਫਲੀ ਕਹਿ ਰਿਹਾ ਵੀ 8 ਮਹੀਨੇ ਜਦੋਂ ਪਿਛਲੇ ਇੰਨੇ ਤੁਸੀਂ ਇਹਦੀ ਰਗ ਤੋਂ ਵਾਕਫ ਹੋ ਗਏ ਹੋਗੇ, ਪੂਰੇ ਸਿਸਟਮ ਨਾਲ ਵਾਕਫ ਹਾਂ। ਅੱਛਾ, ਪਲੱਸ ਮਤਲਬ ਇੱਥੇ ਜੋ ਟ੍ਰੀਟਮੈਂਟ ਵਾਸਤੇ ਲੋਕ ਆਉਂਦੇ ਆ, ਦੇਖੋ ਗਵਰਨਮੈਂਟ ਦਾ ਇਨੀਸ਼ੀਏਟਿਵ ਸੀ ਇਹ। ਮੈਨੂੰ ਨਹੀਂ ਪਤਾ ਕਿ ਸੈਂਟਰ ਗਵਰਨਮੈਂਟ ਦਾ ਸੀ ਜਾਂ ਕਿਸ ਦਾ ਸੀ। ਮੈਨੂੰ ਇੱਥੇ ਜਿਹੜੇ ਮਤਲਬ ਜਿਹੜਾ ਮੈਂ ਪੇੜ ਨਹੀਂ ਗਿਣ ਰਿਹਾ, ਮੈਂ ਅੰਬ ਦੱਸੂਗਾ ਵੀ ਅੰਬ ਦੀ ਕੁਆਲਿਟੀ ਬਹੁਤ ਵਧੀਆ ਹੈ। ਮੈਨੂੰ ਅੰਬ ਤੋਂ ਹੀ ਮਤਲਬ ਹੈ। ਦੇਖੋ ਅਗਰ ਪੇਸ਼ੈਂਟ ਆ ਤਾਂ ਮੈਨੂੰ ਟ੍ਰੀਟਮੈਂਟ ਤੋਂ ਹੀ ਮਤਲਬ ਹੈ। ਕਿਹਦੀ ਕੀ ਹੈ ਉਹਦੇ ਪਿੱਛੇ ਮੈਂ ਨਹੀਂ ਜਾਣਾ ਚਾਹੂੰਗਾ। ਈਵਨ ਇੱਕ ਰਿਕਸ਼ਾ ਪੁਲਰ ਜਿਹਦੇ ਪਿੱਛੇ ਸੀਐਮ ਦੀ ਜਿਹੜੀ ਮਤਲਬ ਐਕਸਰੇ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ, ਏਡ 1.5 ਲੱਖ ਰੁਪਏ ਦੀ ਸੀਐਮ ਮਦਦ ਕਰਦੇ ਆ, ਠੀਕ ਹੈ, ਪੰਜਾਬ ਦੇ ਸੀਐਮ। ਹਾਂ, ਉਹਦਾ ਇੱਕ ਕਾਰਡ ਬਣਦਾ ਹੈ ਸੀਐਮ ਯੋਜਨਾ ਜਿਹੜੀ ਹੈਗੀ ਹੈ। ਅੱਛਾ, ਇੱਕ ਰਿਕਸ਼ਾ ਪੁਲਰ ਵੀ ਮਤਲਬ ਆਯੁਸ਼ਮਾਨ ਭਾਰਤ ਜਾਂ ਉਹ ਜਿਹੜੀ ਵੀ ਜੋ ਵੀ ਸਕੀਮਸ ਐਪਲੀਕੇਬਲ ਹੈ ਉਹ ਦੋਨੋਂ ਦੇ ਤਹਿਤ ਇੱਥੇ ਮਤਲਬ ਬਿਲੋ ਪਾਵਰਟੀ ਲਾਈਨ ਜ਼ਿਆਦਾ ਪੇਸ਼ੈਂਟਸ ਇੱਥੇ ਉਹ ਆਉਂਦੇ ਆ। ਮਤਲਬ ਕਹਿ ਸਕਦੇ ਕਿ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਇੱਥੇ ਮਾਲੀ ਤੌਰ ਦੇ ਉੱਤੇ ਕਾਫੀ ਜ਼ਿਆਦਾ ਸਹਾਇਤਾ ਮਿਲ ਜਾਂਦੀ ਹੈ, ਵੀ ਮੈਡੀਸਿਨਸ ਦੇ ਵੀ, ਔਰ ਪਲੱਸ ਯੂ ਕੈਨ ਸੇ ਕਿ ਕੁਆਲਿਟੀ ਆਫ ਟ੍ਰੀਟਮੈਂਟ, ਮਤਲਬ ਵਰਲਡ ਕਲਾਸ ਕੁਆਲਿਟੀ ਦਾ ਜਿਹਨੂੰ ਆਪਾਂ ਕਹਿੰਦੇ ਆ ਕੇਅਰ ਤੇ ਟ੍ਰੀਟਮੈਂਟ ਇੱਥੇ ਇਹਨਾਂ ਨੂੰ ਮਿਲ ਰਿਹਾ। ਮਤਲਬ
ਆਈ ਵਾਸ ਸਰਪ੍ਰਾਈਜ਼ਡ ਕਿ ਇੱਕ ਸਰਕਾਰੀ ਸੰਸਥਾਨ ਦੇ ਉੱਤੇ ਜਿੰਨਾ ਕਿ ਮਤਲਬ ਆਪਾਂ ਸਿਵਲ ਹਸਪੀਟਲਸ ਆਮ ਜਾਂਦੇ ਆ, ਦੇਸ਼ ਦੇ ਕਿਸੇ ਵੀ ਸਿਵਲ ਹਸਪੀਟਲ ਚਲੇ ਜਾਓ, ਇੱਕ ਜਾਨਵਰ ਵੀ ਉੱਥੇ ਬੈਠਣਾ ਪਸੰਦ ਨਹੀਂ ਕਰੂਗਾ, ਇੰਨੀ ਗੰਦਗੀ ਤੇ ਬੁਰਾ ਹਾਲ ਹੈ। ਠੀਕ ਹੈ, ਔਰ ਨਾ ਉੱਥੇ ਡਾਕਟਰਸ ਮਤਲਬ ਪ੍ਰੋਪਰ ਤੁਹਾਨੂੰ ਅਟੈਂਡ ਕਰਦੇ ਮਿਲਣਗੇ ਮਰੀਜ਼ਾਂ ਨੂੰ, ਨਾ ਕੋਈ ਕੇਅਰ ਮਿਲੂਗੀ, ਬਸ ਸਰਕਾਰੀ ਨਾਮ ਵੀ ਠੀਕ ਹੈ ਇੱਕੋ ਰਨ ਹੋ ਰਿਹਾ। ਤੇ ਵੇਅਰ ਤੁਸੀਂ ਇੱਥੇ ਕੰਪੇਅਰ ਕਰਕੇ ਦੇਖੋ, ਇਟਸ ਅ ਰੋਲ ਮਾਡਲ ਕਿ ਇਸ ਹਸਪੀਟਲ 'ਚ ਗਵਰਨਮੈਂਟ ਦਾ ਅਗਰ ਸਰਵਿਸਿਜ਼ ਹੋਣ ਜਾਂ ਮਤਲਬ ਕੋਈ ਡਾਕਟਰਸ ਜਾਂ ਸਟਾਫ ਹੋਵੇ ਤਾਂ ਇਹੋ ਜਿਹਾ ਹੋਣਾ ਚਾਹੀਦਾ। ਠੀਕ ਹੈ ਨਾ, ਮੈਂ ਕਿਉਂ ਪ੍ਰੇਜ਼ ਕਰ ਰਿਹਾ, ਕੋਈ ਮੈਂ ਇਹਨਾਂ ਤੋਂ ਫੇਵਰ ਨਹੀਂ ਲੈਣੀ, ਬਿਕੋਜ਼ ਆਈ ਹੈਵ ਐਕਸਪੀਰੀਅੰਸਡ। ਠੀਕ ਹੈ ਨਾ, ਇੱਕ ਰਿਕਸ਼ਾ ਪੁਲਰ, ਰਿਕਸ਼ਾ ਚਲਾਉਣ ਵਾਲਾ ਬਿਹਾਰ ਦਾ ਵਾਸੀ ਇੱਥੇ ਇਲਾਜ ਕਰਵਾ ਕੇ ਸਹੀ ਹੋ ਕੇ ਮੈਂ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਜੀ, ਉਹਦੀ ਸਰਜਰੀ ਹੋਈ, ਉਹਦੇ ਕੀਮੋਜ਼ ਲੱਗੀਆਂ ਉਸ ਪੀਰੀਅਡ ਦੌਰਾਨ। ਅੱਜ ਉਹ ਕੰਮ ਕਰ ਰਿਹਾ, ਮੈਂ ਤੁਹਾਨੂੰ ਲੈ ਕੇ ਚੱਲ ਸਕਦਾ, ਦਿਖਾ ਦਿੰਦਾ। ਹੁਣ ਕੀ ਲੱਗਦਾ ਤੁਹਾਨੂੰ ਮਤਲਬ ਇਹੋ ਜਿਹੇ ਗਰੀਬ ਲੋਕ ਉਹ ਕਿੱਥੇ ਜਾ ਕੇ ਮਤਲਬ ਹੁਣ ਤੁਸੀਂ ਅਗਰ ਇਸ ਚੀਜ਼ ਨੂੰ ਜਿਵੇਂ ਹੁਣ ਉੱਪਰ ਇਹਨਾਂ ਨੇ ਉਹ ਬਣਾਤਾ ਕੋਰੋਨਾ ਵਾਰਡ, ਮਤਲਬ ਉਹ ਕਰਤਾ, ਨੋ ਪ੍ਰੋਬਲਮ। ਦੇਖੋ ਹੋਣਾ ਚਾਹੀਦਾ, ਕੋਵਿਡ ਦਾ ਇਲਾਜ ਹੋਣਾ ਜ਼ਰੂਰੀ ਹੈ, ਲੇਕਿਨ ਤੁਸੀਂ ਦੋ ਇਨਫੈਕਸ਼ਨਸ ਨੂੰ ਇੱਕ ਰੂਫ ਦੇ ਨੀਚੇ ਪਹਿਲੀ ਗੱਲ ਕਲੱਬ ਕਰਤਾ। ਕੈਂਸਰ ਪੀੜਤ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੀ ਤਾਂ ਇਮਿਊਨਿਟੀ ਵੈਸੇ ਵੀਕ ਹੁੰਦੀ, ਉਹਨਾਂ ਦੀ ਇਮਿਊਨਿਟੀ ਵੈਸੇ ਵੀਕ ਹੈ। ਅੱਛਾ, ਦੂਸਰਾ ਫਿਰ ਜੋ ਗਵਰਨਮੈਂਟ ਦਾ ਵਰਜ਼ਨ ਹੈ ਇਹਦੇ ਉੱਤੇ ਕਿ ਜੀ ਕੈਮੋਥੈਰੇਪੀ ਇਫੈਕਟ ਹੋਈ ਹੈ ਤਾਂ ਕੈਮੋਥੈਰੇਪੀ ਕਰਾਉਣ ਵਾਸਤੇ ਉਹ ਉੱਥੇ ਜਾਣਗੇ, ਵਾਟ ਯੂ ਕਾਲ ਇਟ, ਸਿਵਲ ਹਸਪੀਟਲ ਜਾਂ ਕਿਤੇ ਹੋਰ ਆਲਟਰਨੇਟ ਅਰੇਂਜਮੈਂਟ ਕਰਾਂਗੇ। ਹੁਣ ਇੱਕ ਕੈਂਸਰ ਪੇਸ਼ੈਂਟ ਜੇ ਇੰਨਾ ਹੀ ਕਾਬਲ ਹੋਵੇ ਵੀ ਉਹਨੂੰ ਬਾਰੀ ਆਪਾਂ ਚੱਕ ਕੇ ਤੇ ਤੁਰੇ ਫਿਰਦੇ ਮਤਲਬ ਸ਼ਿਫਟ ਕਰ ਸਕਦੇ ਹੋਈਏ, ਪਹਿਲੀ ਗੱਲ ਤਾਂ ਉਹਨੂੰ ਸ਼ਿਫਟ ਕਰਨ ਵਾਸਤੇ ਐਟਲੀਸਟ 2 ਬੰਦੇ ਉਹਦੇ ਅਟੈਂਡੈਂਟਸ ਨਾਲ ਚਾਹੀਦੇ ਆ। ਇੱਕ ਉਹਦੇ ਕੋਲ ਆਪਦੀ ਪਰਸਨਲ ਵਹੀਕਲ ਜਾਂ ਐਂਬੂਲੈਂਸ ਵਾਟਸਐਵਰ ਹੀ ਨੀਡਸ ਦੈਟ ਫॉर ਸ਼ਿਫਟਿੰਗ ਆਫ ਅ ਪੇਸ਼ੈਂਟ। ਅੱਛਾ, ਫਿਰ ਅੱਗੇ ਉੱਥੇ ਮਤਲਬ ਜਿਹੜਾ ਉਹਦੇ ਨਾਲ ਕੀ ਮਤਲਬ ਉਹਨੂੰ ਪ੍ਰੋਪਰ ਟ੍ਰੀਟਮੈਂਟ ਮਿਲਣਾ ਨਹੀਂ ਮਿਲਣਾ, ਨਾਟ ਸ਼ੋਰ। ਠੀਕ ਹੈ, ਨੋਬਡੀ ਕੈਨ ਸੇ, ਸਰਕਾਰੀ ਠੀਕ ਹੈ ਆਫਿਸਰਸ ਆਪਦੀਆਂ ਵੱਡੀਆਂ ਹਵਾ ਬਣਾਉਂਦੇ ਆ, ਠੀਕ ਹੈ ਨਾ, ਬਟ ਜਿਹੜੀ ਸੱਚਾਈ ਆ ਉਸ ਨਾਲ ਆਪਾਂ ਸਾਰੇ ਜਾਣੂ ਆ, ਵਾਕਫ ਆ ਕਿ ਅਸਲੀਅਤ 'ਚ ਕੀ ਹੁੰਦਾ ਸਰਕਾਰੀ ਜ਼ਿਆਦਾਤਰ ਉਸ 'ਚ। ਇੱਕ ਚੰਗੇ ਭਲੇ ਚੱਲਦੇ ਹੋਏ ਸੈਟਅਪ ਨੂੰ ਤੁਸੀਂ ਬੇਕਾਰ ਕਰਕੇ ਵਿਗਾੜ ਕੇ, ਦੇਖੋ ਜੋ ਰਿਕੁਆਇਰਮੈਂਟ ਹੈ ਕੋਵਿਡ ਦੇ ਪੇਸ਼ੈਂਟ ਵਾਸਤੇ ਉਹ ਵੈਂਟੀਲੇਟਰਸ ਨੇ। ਠੀਕ ਹੈ, ਇਸ ਹਸਪੀਟਲ 'ਚ ਉਹ ਮਤਲਬ ਵੈਂਟੀਲੇਟਰਸ ਮੌਜੂਦ ਨੇ, ਐਸੀ ਗੱਲ ਨਹੀਂ। ਟੋਟਲ ਕਿੰਨੇ ਵੈਂਟੀਲੇਟਰ ਇੱਥੇ ਮੌਜੂਦ? ਸਰ ਮੈਂ ਐਗਜ਼ੈਕਟ ਫਿਗਰ ਮੈਂ ਨਹੀਂ ਦੇ ਸਕਦਾ, ਮੈਨੂੰ ਨਹੀਂ ਪਤਾ ਇਹਦੇ ਕਿ ਉਹਨਾਂ ਦੀ ਸਟੋਰ ਦੀ ਕਿੰਨੀ ਕੀ ਕੈਪੈਸਿਟੀ ਕੀ ਕੁਛ ਹੈ, ਬਿਕੋਜ਼ ਉਹ ਹਸਪੀਟਲ ਵਾਲਿਆਂ ਦਾ ਰਿਕਾਰਡ ਹੈ ਜਾਂ ਉਹਨਾਂ ਦਾ ਉਹ ਹੈ ਪ੍ਰਾਪਰਟੀ ਹੈ। ਬਟ ਵੈਂਟੀਲੇਟਰਸ ਹੈਗੇ ਆ, ਅੱਛੇ ਵੈਂਟੀਲੇਟਰਸ ਹੈ, ਮਤਲਬ ਵਰਲਡ ਕਲਾਸ ਵੈਂਟੀਲੇਟਰਸ ਹੈ, ਕੋਈ ਮਾੜੇ ਵੈਂਟੀਲੇਟਰਸ ਨਹੀਂ। ਅੱਛਾ, ਉਹ ਵੈਂਟੀਲੇਟਰਸ ਤੇ ਜਿਹੜੇ ਬੰਦੇ ਨੂੰ ਅਗਰ ਕੈਂਸਰ ਪੇਸ਼ੈਂਟ ਚਲਾ ਜਾਂਦਾ ਹੈ ਤਾਂ ਇਟਸ ਮਤਲਬ ਕਿ ਬਸ ਉਹ ਸਿਰਫ ਉਹ ਵੈਂਟੀਲੇਟਰ ਦੀ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਵਾਪਸ ਕੋਈ ਮੁੜਦਾ ਨਹੀਂ। ਤਾਂ ਮਤਲਬ ਦੇਖੋ ਵੈਂਟੀਲੇਟਰਸ ਇਜ਼ ਨਾਟ ਦਾ, ਮਤਲਬ ਜਿਹੜਾ ਬੰਦਾ ਵੈਂਟੀਲੇਟਰ ਤੇ ਚਲਾ ਗਿਆ ਉਹਨੂੰ ਆਪਾਂ ਮਤਲਬ ਡੈਡੀ ਮੰਨਦੇ ਹਾਂ। ਜ਼ਿਆਦਾਤਰ ਸਾਡੀ ਮਤਲਬ ਧਾਰਨਾ ਇਹੀ ਹੁੰਦੀ ਸੀ ਕਿ ਬਈ ਜਿਹੜਾ ਮੈਂ ਦੇਖਿਆ ਇੱਥੇ ਕਿ ਵੈਂਟੀਲੇਟਰ ਤੇ ਚਲਾ ਗਿਆ ਉਹ ਰਿਵਾਈਵ ਨਹੀਂ ਹੋਇਆ। ਤਾਂ ਵੈਂਟੀਲੇਟਰ ਇਜ਼ ਨਾਟ ਦਾ ਇਸ਼ੂ, ਤੁਸੀਂ ਵੈਂਟੀਲੇਟਰਸ ਲੈ ਸਕਦੇ ਹੋ। ਜਿਹਨੇ ਜਾਣਾ ਹੈ ਉਹ ਮਤਲਬ ਦੇਖੋ ਪਤਾ ਹੀ ਹੈ ਕੈਂਸਰ ਪੇਸ਼ੈਂਟ ਨੇ ਜਾਣਾ ਹੈ, ਲੇਕਿਨ ਜਿੰਨੇ ਚਿਰ ਉਹ ਦੇਖੋ ਇੱਕ ਇਹ ਦਰਦਨਾਕ ਤੇ ਭਿਆਨਕ ਬਿਮਾਰੀ ਹੈ, ਪੇਸ਼ੈਂਟ ਜਿਹੜਾ ਮਤਲਬ ਘੱਟੋ ਘੱਟ ਸੌਖਾ ਤਾਂ ਜਾਵੇ ਨਾ, ਜਿੰਨਾ ਚਿਰ ਉਹ ਬੰਦਾ ਸਰਵਾਈਵ ਕਰ ਰਿਹਾ ਐਟਲੀਸਟ ਮਤਲਬ ਉਹ ਦਰਦਨਾਕ ਮਤਲਬ ਉਸ ਦਰਦ ਤੋਂ ਤਾਂ ਨਿਜਾਤ ਪਾ ਸਕੇ। ਜੋਸ਼ੀ ਸਾਹਿਬ, ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਕਿ ਜਿਹੜਾ ਸਰਕਾਰ ਲੈ ਲੇ ਯਾਰ, ਇਹ ਤੁਸੀਂ ਕੋਵਿਡ ਦੇ ਨਾਮ ਤੇ ਘਟੀਆ ਰਾਜਨੀਤੀ ਨਾ ਹੋਵੇ। ਠੀਕ ਹੈ, ਇੱਕ ਪਰਿਵਾਰ ਇਹੋ ਜਿਹੇ ਹਸਪੀਟਲ ਦਾ ਜੁਗਾੜ ਬਣਾਉਂਦਾ ਹੈ, ਮਤਲਬ ਲੋਕਾਂ ਦੇ ਬਾਰੇ ਅੱਛਾ ਉਹ ਕਰਦਾ ਹੈ, ਮਤਲਬ ਆਈ ਡੋਂਟ ਵਾਂਟ ਟੂ ਗੋ ਇਨਟੂ ਦੈਟ ਪੋਲਿਟਿਕਸ। ਇੱਕ ਸਿਰਫ ਮਿਨਿਸਟਰ ਸਾਹਿਬ ਦੀ ਇੱਥੋਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜ਼ਿੱਦ ਹੈ ਇਹ, ਪਿਛਲੇ ਸਾਲ ਵੀ ਔਰ ਇਸ ਸਾਲ ਵੀ, ਜਿਹਦੇ ਕਰਕੇ ਪੂਰੀ ਬੈਲਟ ਮਾਲਵਾ ਬੈਲਟ ਦੇ ਜਿਹੜੇ ਮਤਲਬ ਗਰੀਬ ਲੋਕ ਹੈ, ਹਾਂ ਕੈਂਸਰ ਪੀੜਤ, ਮਤਲਬ ਉਹ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਖੇਲ ਰਹੇ ਹੈ। ਸੀਐਮ ਸਾਹਿਬ ਨੂੰ ਮਿਸਗਾਈਡ ਕਰਕੇ, ਮੈਨੂੰ ਨਹੀਂ ਪਤਾ ਕੀ ਇਹ ਪੱਟੀ ਪੜਾਉਂਦੇ ਆ, ਕੀ ਇਹ ਰਿਪੋਰਟਿੰਗ ਕਰਦੇ ਆ, ਲੇਕਿਨ ਸੀਐਮ ਸਾਹਿਬ ਇਹੋ ਜਿਹਾ ਗਲਤ ਫੈਸਲਾ ਲੈ ਨਹੀਂ ਸਕਦੇ। ਪਿਛਲੇ ਸਾਲ ਸੀਐਮ ਸਾਹਿਬ ਨੇ ਇਹ ਫੈਸਲਾ ਸੀ ਕਿ ਇੱਥੇ ਕੋਈ ਮਤਲਬ ਉਹ ਨਹੀਂ ਹੋਊਗਾ, ਕੈਂਸਰ ਦੇ ਪੇਸ਼ੈਂਟਸ ਨੂੰ ਮਤਲਬ ਜਿਹੜਾ ਟ੍ਰੀਟਮੈਂਟ ਰੈਗੂਲਰ ਰਹੂਗਾ। ਲੇਕਿਨ ਪੰਜਾਬ ਗਵਰਨਮੈਂਟ ਦੇ ਤੋਂ ਟਵੀਟ ਹੁੰਦਾਗਾ ਤੇ ਉਸ ਟਵੀਟ ਦੇ ਵਿੱਚ ਲਿਖਿਆ ਜਾਂਦਾ ਕਿ ਇਸ ਦੇ ਵਿੱਚ ਕੋਵਿਡ ਦੇ ਪੇਸ਼ੈਂਟ ਸ਼ਿਫਟ ਹੋਣਗੇ, ਤੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਜਿਹੜੇ ਕੈਂਸਰ ਦੇ ਜਿਹੜੇ
ਪੇਸ਼ੈਂਟਸ ਨੇ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਕਿ ਵੀ ਜ਼ਰੂਰਤਾਂ ਹਾਂ ਨੇ ਜਿਹਦੇ ਮਤਲਬ ਕੋਲ ਕੀਮੋ ਦੀ ਦੇਖੋ ਇੱਕ ਮਿੰਟ ਉਹਦੇ ਚ ਕਈ ਵੇਰੀਅਸ ਸਟੈਪਸ ਹੈ। ਦੇਖੋ ਕੈਮੋਥੈਰੇਪੀ ਹੈ, ਰੇਡੀਓਲੋਜੀ ਹੈ, ਰੇਡੀਓਥੈਰੇਪੀ ਜਿਹਨੂੰ ਆਪਾਂ ਸੇਕ ਕੇ ਕਹਿੰਦੇ ਆ, ਠੀਕ ਹੈ ਸਰ। ਅੱਛਾ, ਫਿਰ ਉਹਨਾਂ ਦਾ ਡਾਇਗਨੋਸਿਸ ਹੈ, ਪੈਥੋਲੋਜੀਕਲ ਟੈਸਟ ਹੈਗੇ ਆ, ਰੇਡੀਓਲੋਜੀਕਲ ਮਤਲਬ ਜਿਹੜੀ ਰੇਡੀਓਲੋਜੀ ਦੇ ਸੀਟੀ ਸਕੈਨਸ ਵਗੈਰਾ ਸਭ ਕੁਝ ਇੱਕ ਰੂਫ ਦੇ ਅੰਡਰ ਹੈ। ਸਪੈਸ਼ਲੀ ਸਾਰਾ ਕੁਝ ਸੈਟਅਪ ਜਿਹੜਾ ਹੈ ਉਹ ਕੈਂਸਰ ਪੇਸ਼ੈਂਟਸ ਦੀ ਮਤਲਬ ਹਰ ਰਿਕੁਆਇਰਮੈਂਟ ਨੂੰ ਦੇਖਦੇ ਹੋਏ ਇੱਥੇ ਉਹ ਚੀਜ਼ ਅਵੇਲੇਬਲ ਹੈ, ਠੀਕ ਹੈ। ਤੁਸੀਂ ਇੱਕ ਬਣੇ ਬਣਾਏ ਸੈਟਅਪ ਨੂੰ ਤੋੜ ਕੇ जस्ट फॉर द सेक ऑफ चीप पॉपुलैरिटी कि हमने कुछ करके दिखा दिया, ठीक है। ਹੋਣਾ ਕੀ ਚਾਹੀਦਾ ਸੀਗਾ, ਹੋਣਾ ਕੀ ਕੁਰਬਾਨੀ ਤੁਸੀਂ ਦੇ ਰਹੇ ਹੋ ਕੈਂਸਰ ਪੇਸ਼ੈਂਟਸ ਦੀ, ਮਤਲਬ ਇਹ ਰਾਜਾ ਸਾਹਿਬ ਦਾ ਸਟੈਪ ਨਹੀਂ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਇਜ਼ ਅ ਲੈਜੈਂਡਰੀ ਪਰਸਨੈਲਿਟੀ। ਉਹ ਇਹੋ ਜੀ ਮਤਲਬ ਮੇਰੇ ਹਿਸਾਬ ਨਾਲ ਉਹਨਾਂ ਨੂੰ ਜਾਂ ਤਾਂ ਮਿਸਗਾਈਡ ਕੀਤਾ ਜਾ ਰਿਹਾ ਹੈ, ਕਿਉਂਕਿ ਪਿਛਲੇ ਸਾਲ ਉਹਨਾਂ ਨੇ ਇਸ ਗੱਲ ਨੂੰ ਸਮਝਿਆ, ਉਹ ਕਨਵਿੰਸ ਹੋਏ। ਉਹਨਾਂ ਨੇ ਮਤਲਬ ਦੇਖੋ ਕੋਵਿਡ ਵਾਰਡ ਇੱਥੋਂ ਨਾਲ ਦੀ ਨਾਲ ਵਿਦਨ 2 ਆਵਰਸ ਤੋਂ ਉਹਨਾਂ ਨੇ ਵਿਕੇਟ ਕਰਾਤਾ ਸੀ। ਔਰ ਇਸ ਵਾਰ ਜਿਹੜਾ ਵਰਜ਼ਨ ਆ ਰਿਹਾ ਹੈ ਹੈਲਥ ਮਿਨਿਸਟਰ ਸਾਹਿਬ ਤੇ ਸੀਐਮ ਸਾਹਿਬ ਦਾ, ਉਹ ਇਟਸ ਸ਼ੌਕਿੰਗ। ਬਲਬੀਰ ਸਿੱਧੂ ਜੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ? ਹਾਂ, ਬਲਬੀਰ ਸਿੱਧੂ ਸਾਹਿਬ ਨਾਲ ਮੇਰੀ ਗੱਲ ਹੋਈ, ਪਿਛਲੇ ਸਾਲ ਵੀ ਹੋਈ ਸੀ। ਦੇਖੋ ਹੀ ਇਜ਼ ਆਲਸੋ ਅ ਨਾਈਸ ਜੈਂਟਲਮੈਨ, ਠੀਕ ਹੈ। ਕਈ ਦਫਾ ਇਮੋਸ਼ਨਲੀ ਮੇਰੇ ਵਰਗਾ ਬੰਦਾ ਗੁਸਤਾਖੀ ਕਰ ਬੈਠਦਾ ਹੈ, ਮੈਂ ਮੰਨਦਾ, ਠੀਕ ਹੈ। ਬਿਕੋਜ਼ ਇਮੋਸ਼ਨਲ ਬ੍ਰੇਕਡਾਊਨ ਇੱਕ ਐਸੀ ਮਤਲਬ ਉਹ ਹੈ ਕਿ ਬੰਦੇ ਨੂੰ ਨਹੀਂ ਪਤਾ ਲੱਗਦਾ ਮੈਂ ਕੀ ਬੋਲਣਾ ਹੈ। ਬਟ ਦ ਥਿੰਗ ਇਜ਼ ਕਿ ਅਗਰ ਮੈਂ ਹੈਲਥ ਮਿਨਿਸਟਰ ਕੋਲ ਫਰਿਆਦ ਨਹੀਂ ਲਾਉਂਗਾ, ਆਪਦੇ ਸੀਐਮ ਕੋਲ ਫਰਿਆਦ ਨਹੀਂ ਲਾਉਂਗਾ, ਤਾਂ ਜਾ ਕੇ ਮੈਂ ਉਸ ਗੁਜਰਾਤੀ ਕੋਲ ਲਾਉਂਗਾ। ਆਮ ਰੈਜ਼ੀਡੈਂਟ ਆਫ ਪੰਜਾਬ, ਠੀਕ ਹੈ। ਤਾਂ ਫਿਰ ਮੈਂ ਕਿਹਦੇ ਕੋਲ ਜਾਵਾਂ? ਅਗਰ ਉਹੀ ਸਾਡੀਆਂ ਪ੍ਰੋਬਲਮਸ ਨੂੰ ਐਡਰੈਸ ਨਹੀਂ ਕਰ ਸਕਦੇ ਜਾਂ ਉਹ ਨਹੀਂ ਕਰ ਸਕਦੇ, ਤਾਂ ਫਿਰ ਬੰਦਾ ਜਾਊਗਾ ਕਿੱਥੇ? ਤੁਹਾਨੂੰ ਕੀ ਲੱਗਦਾਗਾ ਹੁਣ ਵੀ ਜਿੱਦਾਂ ਪਹਿਲਾਂ ਗਵਰਨਮੈਂਟਸ ਕਹਿ ਰਹੀ ਸੀਗੀ ਕਿ ਹੁਣ ਕੋਵਿਡ ਨੂੰ ਲੈ ਕੇ ਜਿਹੜੀਆਂ ਹੁਣ ਹਦਾਇਤਾਂ ਜਿਹੜੀਆਂ ਇਹਨਾਂ ਦੇ ਕੋਵਿਡ ਪੇਸ਼ੈਂਟਸ ਦਾ ਇਸ਼ੂ ਹੈ, ਇੱਕ ਤਾਂ ਉਹਨਾਂ ਨੂੰ ਆਈਸੋਲੇਸ਼ਨ ਚਾਹੀਦੀ ਹੈ, ਕੈਂਸਰ ਪੇਸ਼ੈਂਟ ਨੂੰ ਵੀ ਆਈਸੋਲੇਸ਼ਨ ਚਾਹੀਦੀ ਹੈ। ਬੋਥ ਥਿੰਗਸ ਕੈਨੋਟ ਬੀ ਕਲੱਬਡ, ਠੀਕ ਹੈ। ਉਹ ਰਿਸਕ ਵਧਾ ਰਿਹਾ, ਘਟਾ ਨਹੀਂ ਰਿਹਾ। ਗਵਰਨਮੈਂਟ ਦਾ ਇਹ ਸਟੈਪ ਪਹਿਲੀ ਗੱਲ ਅੰਡਰ ਕੁਐਸਚਨ ਮਾਰਕ, ਬਿਗ ਕੁਐਸਚਨ ਮਾਰਕ। ਸੈਕੰਡ ਥਿੰਗ, ਉਹਨਾਂ ਨੂੰ ਕਿੱਥੇ ਅਕੋਮੋਡੇਟ ਕੀਤਾ ਜਾ ਸਕਦਾ? ਨਾਲ ਹੋਟਲ ਮੈਨੇਜਮੈਂਟ ਇੰਸਟੀਚਿਊਟ ਦਾ ਐਡਾ ਵੱਡਾ ਮਤਲਬ ਉਹ ਹੈ, ਬਿਲਡਿੰਗਸ ਹੈ, ਸਾਰਾ ਕੁਛ, ਐਵਰੀਥਿੰਗ ਇਜ਼ ਅਵੇਲੇਬਲ ਦੇਅਰ। ਨੈਕਸਟ ਟੂ ਦੈਟ ਅਗਲੇ ਆਪਾਂ 2 ਫਰਲਾਂਗ ਦੀ ਦੂਰੀ ਤੇ ਪਾਵਰ ਗ੍ਰਿਡ ਨੂੰ ਕ੍ਰਾਸ ਕਰਦੇ ਹੀ ਇੱਕ ਰੀਹੈਬਿਲਿਟੇਸ਼ਨ ਸੈਂਟਰ ਫॉर ਡਰੱਗ ਐਡਿਕਟਸ ਬਣਿਆ ਹੋਇਆ ਹੈ। ਮਤਲਬ ਕਹਿਣ ਦਾ ਇਹ ਹੈ ਕਿ ਕੋਈ ਵੀ ਕਿਤੇ ਵੀ ਐਡਜਸਟਮੈਂਟ ਕੀਤੀ ਜਾ ਸਕਦੀ ਸੀਗੀ, ਪਰ ਇਸੇ ਨੂੰ 4 ਵੈਂਟੀਲੇਟਰਸ ਦੇ ਚੱਕਰ 'ਚ ਉਹਦਾ ਬਹਾਨਾ ਬਣਾ ਕੇ ਮਹਾਰਾਜਾ ਸਾਹਿਬ ਨੂੰ ਮਿਸਗਾਈਡ ਕਰ ਰਹੇ ਆ। ਗਵਰਨਮੈਂਟ ਮਸ਼ੀਨਰੀ 'ਚ ਐਡਮਿਨਿਸਟ੍ਰੇਸ਼ਨ 'ਚ ਕਿੱਥੇ ਪ੍ਰੋਬਲਮ ਹੈ? ਦੇਖੋ ਸਰ, ਇਸ ਚੀਜ਼ 'ਚ ਸਾਨੂੰ ਨਹੀਂ ਪਤਾ। ਸਾਡਾ ਸਿਰਫ ਸੇਵਾ ਤੱਕ ਮਤਲਬ ਹੈ, ਅਸੀਂ ਨਹੀਂ ਜਾਣਦੇ ਕੀ ਉਹ ਕਰਦੇ ਆ ਕੀ ਨਹੀਂ ਕਰਦੇ। ਬਟ ਦ ਪ੍ਰੋਬਲਮ ਇਸ ਕਿ ਉਹ ਸਾਡੀ ਤਕਲੀਫ ਨੂੰ ਨਾ ਤਾਂ ਸਮਝ ਰਹੇ ਹੈ, ਠੀਕ ਹੈ, ਜਾਣਬੁੱਝ ਕੇ ਨਹੀਂ ਸਮਝਣਾ ਚਾਹੁੰਦੇ। ਆਈ ਵੁੱਡ ਰਾਦਰ ਮਤਲਬ ਇਨਸਿਸਟ ਕਿ ਉਹ ਜਾਣਬੁੱਝ ਕੇ ਨਹੀਂ ਸਮਝਣਾ ਚਾਹੁੰਦੇ। ਦੇयर इज अ ਡਰਟੀ ਪੋਲਿਟਿਕਸ ਗੋਇੰਗ ਮਤਲਬ ਬਿਹਾਈਂਡ ਆਲ ਦਿਸ ਸੀਨ। ਟਿਲੀ ਮੈਂ ਉਹਦੇ ਵਾਸਤੇ ਹਰ ਸੇਵਾ ਦੇਣ ਨੂੰ ਤਿਆਰ ਹਾਂ। ਵੈਂਟੀਲੇਟਰਸ ਨੂੰ ਕਿਤੇ ਸ਼ਿਫਟਿੰਗ ਵਾਸਤੇ ਕੋਈ ਟਰਾਂਸਪੋਰਟੇਸ਼ਨ ਦੀ ਜ਼ਰੂਰਤ ਹੈ, ਕੋਈ ਉਹਦੇ ਵਾਸਤੇ ਟੈਂਡਰ ਜਾਂ ਕੁਝ ਵੀ ਫਿਟਿੰਗ ਉਹਦੀ ਜਾਂ ਲਟਰਮ ਬਟਰਮ ਜੋ ਵੀ ਹੈ, ਈਵਨ ਆਪਦੀ ਜਾਨ ਤੱਕ ਦੇਣ ਨੂੰ ਤਿਆਰ ਹੈ, ਠੀਕ ਹੈ ਨਾ ਜੀ। ਮਤਲਬ ਇਸ ਤੋਂ ਜ਼ਿਆਦਾ ਮੈਂ ਹੋਰ ਕੀ ਕਹਾਂ। ਬਟ ਉਹ ਕਹਿੰਦੇ ਸਿਰਫ ਸਾਡੇ ਕੋਲ ਫਾਈਨੈਂਸ਼ੀਅਲ ਜੇ ਕੋਈ ਮੇਰੇ ਡਿਪਾਰਟਮੈਂਟ ਦਾ ਹੈ ਤਾਂ ਮੇਰੇ ਕੋਲ ਲੈ ਕੇ ਆਓ। वेयर अगर हेल्थ मिनिस्टर को अप्रोच कर दें कि जी हेल्थ रिलेटेड इशू है, तो ही सेज कि आपके लोकल मिनिस्टर साहब हैं, आप उनसे बात क्यों नहीं करते, वो मुझसे बात करेंगे। तो मतलब इस साल वॉलीबॉल क्यों खेली जा रही है? मैं नहीं चाहता कि मैं उस पॉलिटिकल बहस या एक नवा इशू क्रिएट करा। दिस इज़ नॉट द राइट टाइम टू क्रिएट अ इशू, ठीक है। कैंसर पेशेंट्स अफेक्ट होने साड़ी एक जुबान हिलाउण नाल, गलत कुछ बोलण नाल, देखो इट्स मतलब ਜਿਹਨੂੰ ਆਪਾਂ ਕਹਿੰਦੇ ਆ ਇੱਕ ਸੌਰਟ ਆਫ ਐਮਰਜੈਂਸੀ ਕ੍ਰਾਈਸਿਸ ਪੀਰੀਅਡ। ਇਹਦੇ 'ਚ ਆਪਾਂ ਹਿਊਮੈਨਿਟੇਰੀਅਨ ਉਸਤੇ ਇੱਕ ਦੂਜੇ ਦੀ ਮਦਦ ਕਰਨੀ ਹੈ ਜਾਂ ਘਟੀਆ ਪੋਲਿਟਿਕਸ ਦੇ ਵਿੱਚ ਐਸਟੈਸੀ ਕਰਾਉਣੀ ਹੈ ਤੇ ਆਪਦੇ ਆਪ ਨੂੰ ਇੱਕ ਮਤਲਬ ਆਪਾਂ ਜਿਹਨੂੰ ਆਪਾਂ ਕਹਿੰਦੇ ਆ ਮਤਲਬ ਆਪਦੇ ਆਪ ਨੂੰ ਘਟੀਆ ਇਨਸਾਨ ਸ਼ੋਅ ਕਰਨਾ ਹੈ। ਲੱਗਦਾ ਤੁਹਾਨੂੰ ਕਿ ਹੁਣ ਇਸ ਕੈਂਸਰ ਹਸਪੀਟਲ ਦੇ ਉੱਤੇ ਵੀ ਕਿਤੇ ਨਾ ਕਿਤੇ ਸਿਆਸਤ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਵੀ ਸਾਡੇ ਵੱਲੋਂ ਇਹ ਉਪਰਾਲਾ ਕਰ ਦਿੱਤਾ ਗਿਆ ਹੈਗਾ। ਦੇਖੋ ਕੈਂਸਰ ਦੇ ਉਪਰਾਲਾ ਉਹਨਾਂ ਨੂੰ ਜੋ ਫੀਡਬੈਕ ਲੋਕਲ ਲੈਵਲ ਦੇ ਐਡਮਿਨਿਸਟ੍ਰੇਸ਼ਨ ਤੋਂ ਦਿੱਤਾ ਗਿਆ, ਉਹਨਾਂ ਨੇ ਫੈਸਲਾ ਕਰਤਾ। ਹੀ ਹੈਜ਼ ਨਾਟ ਵਿਜ਼ਿਟਡ ਦਿਸ ਪਲੇਸ, ਨੀਦਰ ਹੀ ਇਜ਼ ਨੋਇੰਗ। ਦੇਖੋ ਸੀਐਮ ਸਾਹਿਬ ਜਾਂ ਹੈਲਥ ਮਿਨਿਸਟਰ ਸਾਹਿਬ ਕੋਈ ਇੱਥੇ ਇੱਕ ਹਸਪੀਟਲ ਆ ਉਹ ਤਾਂ ਚੈੱਕ ਕਰਨ ਦਾ ਉਹਨਾਂ ਕੋਲ ਉਹ ਨਹੀਂ ਹੈ ਨਾ।
ਆਫਟਰ ਆਲ ਦੇ ਆਰ ਆਲਸੋ ਹਿਊਮਨਸ। ਉਹ 24 ਘੰਟੇ ਅਗਰ ਉੱਥੇ ਬੈਠ ਕੇ ਮੀਟਿੰਗਸ ਕਰ ਰਹੇ ਆ ਜਾਂ ਪੂਰੇ ਸਟੇਟ ਨੂੰ ਦੇਖ ਰਹੇ ਆ ਤਾਂ ਮਤਲਬ ਉਹ ਇੱਕ ਜਗ੍ਹਾ ਤਾਂ ਨਹੀਂ ਉਹ ਰੱਖ ਸਕਦੇ। ਉਹ ਫੀਡਬੈਕ ਲੋਕਲ ਐਡਮਿਨਿਸਟ੍ਰੇਸ਼ਨਸ ਤੋਂ ਹੀ ਲੈਣਗੇ ਨਾ। ਅਗਰ ਲੋਕਲ ਐਡਮਿਨਿਸਟ੍ਰੇਸ਼ਨ ਹੀ ਮਿਸਗਾਈਡ ਕਰੂਗਾ ਉਹਨਾਂ ਨੂੰ ਜਾਂ ਮਤਲਬ ਉਹ ਕੁਝ ਗਲਤ ਇਹੋ ਜਿਹੀ ਮਿਸਮੈਨੇਜਮੈਂਟ ਹੋ ਰਹੀ ਹੈ ਤਾਂ ਆਈ ਫਾਈਂਡ ਇਟ ਵੈਰੀ ਮਤਲਬ ਅਜੀਬ ਸਾ ਲੱਗਦਾ ਹੈ। ਮੇਰੇ ਨਾਲ ਕੁਝ ਜਿਹੜੇ ਪੇਸ਼ੈਂਟਸ ਜਿਹੜੇ ਇੱਥੇ ਕੈਂਸਰ ਪੇਸ਼ੈਂਟਸ ਨੇ ਉਹਨਾਂ ਦੇ ਅਟੈਂਡੈਂਟ ਮੌਜੂਦ ਨੇ। ਮੈਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗਾ। ਸਰ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਹੈਗੇ ਹੋ? ਸਾਨੂੰ ਹੋ ਗਏ 2 ਮਹੀਨੇ ਹੋ ਗਏ ਘੱਟੋ ਘੱਟ। ਕੌਣ ਐਡਮਿਟ ਹੈ? ਮੇਰਾ ਭਾਈ ਐਡਮਿਟ ਹੈ। ਅਸੀਂ ਐਲਨਾਬਾਦ ਤੋਂ ਆਉਂਦੇ ਹਾਂ ਅਤੇ ਜਿਵੇਂ ਕੀਮੋ ਲੱਗਦੀ ਹੈ ਸਾਡੇ 15 ਦਿਨਾਂ ਬਾਅਦ 10 ਦਿਨਾਂ ਬਾਅਦ। ਬਸ ਦਿੱਕਤਾਂ ਤਾਂ ਜਿਵੇਂ ਆਉਂਦੀਆਂ, ਜਿਵੇਂ ਹੁਣ ਕਰੇ ਕਰੋਨਾ ਦਾ ਸਿਸਟਮ ਹੈ। ਕਰੋਨਾ ਵਾਲਾ ਸਿਸਟਮ ਤੇ ਹੈ ਨਾ ਬਈ, ਉਹਦੀ ਹਿਊਮਿਡਿਟੀ ਕਮਜ਼ੋਰ ਹੈ ਕੈਂਸਰ ਵਾਲੇ ਦੀ, ਅਤੇ ਉਹਦੇ ਕਰਕੇ ਦਿੱਕਤਾਂ ਤੁਹਾਨੂੰ ਆਉਣਗੀਆਂ। ਅਤੇ ਤੁਹਾਨੂੰ ਵੀ ਨਹੀਂ ਜਾਣ ਦਿੱਤਾ ਜਾਂਦਾ ਹੋਊਗਾ ਫਿਰ? ਨਾ ਮਰੀਜ਼ ਨਾਲ ਇੱਕ ਬੰਦਾ ਹੀ ਜਾਣਦੇ ਨੇ, ਅੰਦਰ ਕਦਾ ਨਹੀਂ ਜਾਣਾ, ਪਰ ਇੱਧਰ ਉੱਧਰ ਨਹੀਂ ਜਾਣਾ, ਬਾਹਰ ਬਹਿ ਕੇ ਇੱਧਰ ਬਹਿ ਕੇ ਚਲੋ ਫਿਰ ਟਾਈਮ ਪਾਸ ਕਰੀਦਾ। ਦਿੱਕਤਾਂ ਤਾਂ ਆਉਂਦੀਆਂ ਹੀ ਹਨ, ਪਰ ਭੈ ਵੀ ਤਾਂ ਲੱਗਦਾ। ਕਰੋਨਾ ਕੋਲ ਵੀ ਭੈ ਲੱਗਦਾ, ਆਪਾਂ ਨਹੀਂ ਲੱਗਦਾ, ਕਰੋਨਾ ਕੋਲ ਵੀ ਭੈ ਲੱਗਦਾ। ਅਤੇ ਇਸ ਵਾਸਤੇ ਕੈਂਸਰ ਦਾ ਮਰੀਜ਼ ਕਮਜ਼ੋਰ ਹੁੰਦਾ ਵਿਚਾਰਾ, ਕਮਜ਼ੋਰ ਹੋਣ ਕਰਕੇ ਤੇ ਸਿਸਟਮ ਗੜਬੜਾ ਜਾਊਗਾ ਕੋਈ ਨਾ ਕੋਈ। ਤੁਸੀਂ ਵੀ ਨਾਲ ਹੀ ਹੋ ਭਾਜੀ? ਹਾਂਜੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਹੁਣ ਇੱਥੇ ਕਰੋਨਾ ਵਾਰਡ ਜਿਹੜਾ ਹੈਗਾ ਉੱਥੇ ਬਣਾ ਦਿੱਤਾ ਗਿਆ ਤਾਂ ਹਾਂਜੀ ਹੁਣ ਤਾਂ ਜੀ ਕਰੋਨਾ ਵਾਰਡ ਬਣਾਉਣ ਕਰਕੇ ਸਾਨੂੰ ਇਧਰ ਜੀ ਡਰ ਵੀ ਬਹੁਤ ਲੱਗਦਾ ਹੈ ਜੀ। ਤੇ ਬਾਕੀ ਦੀ ਡਾਕਟਰ ਸਾਹਿਬ ਬਹੁਤ ਅੱਛੇ ਹੈ ਉਹ ਲੇਕਿਨ ਬਹੁਤ ਦਿੱਕਤ ਆ ਰਹੀ ਹੈ ਜੀ। ਜੋ ਪਹਿਲੇ ਮਤਲਬ ਟ੍ਰੀਟਮੈਂਟ ਮਿਲਦਾ ਸੀ, ਹੁਣ ਟ੍ਰੀਟਮੈਂਟ ਬਹੁਤ ਫਰਕ ਹੈ ਜੀ। ਯਾਨੀ ਡਾਕਟਰ ਜੋ ਹੈ ਬਹੁਤ ਅੱਛੇ ਹੈ। ਸਾਰੇ ਡਿਵਾਈਡਡ ਹੋ ਗਿਆ, ਸਾਰਾ ਸਿਸਟਮ ਟੋਟਲੀ ਡਿਵਾਈਡ ਹੋ ਗਿਆ। ਹਾਂਜੀ ਅਸੀਂ ਮੰਨ ਲਓ ਕਿਧਰ ਬਹਿ ਵੀ ਨਹੀਂ ਸਕਦੇ, ਇਧਰ ਬਾਹਰ ਬਹਿਣਾ ਪੈਂਦਾ ਹੈ ਜੀ। ਬਾਹਰ ਵੀ ਜਿਵੇਂ ਪੁਲਿਸ ਵਾਲੇ ਨਹੀਂ ਬਹਿਣ ਦਿੰਦੇ, ਬਸ ਜੀ ਟਾਈਮ ਪਾਸ ਕਰ ਰਹੇ ਹਾਂ ਜੀ। ਤਾਂ ਤੁਸੀਂ ਦੇਖੋ ਕਿ ਇਸ ਵੇਲੇ ਜੋ ਐਡਵਾਂਸ ਕੈਂਸਰ ਇੰਸਟੀਚਿਊਟ ਦੇ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਕੰਮ ਕਰਦੀਆਂ ਨੇ, ਕਈ ਇੱਥੇ ਲੰਗਰ ਲੈ ਕੇ ਵੀ ਆਉਂਦੇ ਨੇ ਤੇ ਮੇਰੇ ਨਾਲ ਉਹ ਵੀ ਸ਼ਖਸ ਮੌਜੂਦ ਨੇ ਜਿਹੜੇ ਇੱਥੇ ਰੋਜ਼ਾਨਾ ਸੇਵਾ ਕਰਦੇ ਨੇ, ਲੰਗਰ ਲੈ ਕੇ ਆਏ ਨੇ ਮੇਰੇ ਵੀਰ। ਬਾਈ ਜੀ ਲੰਗਰ ਸੇਵਾ ਦਾ ਕਰਦੇ ਹੋ ਇੱਥੇ ਰੋਜ਼? ਹਾਂਜੀ ਸ਼ਾਮ ਨੂੰ ਰੋਜ਼ ਅਸੀਂ ਸੇਵਾ ਕਰਦੇ ਹਾਂ ਜੀ ਇਸ ਲੰਗਰ ਦੀ। ਹਾਂਜੀ ਕਿਹੜੀ ਸੁਸਾਇਟੀ ਹੈ ਤੁਹਾਡੀ? ਇਹ ਸਾਡਾ ਡੇਰਾ ਬਾਬਾ ਬਹਾਲਦਾ ਜੀ ਜੱਸੀ, ਇਹਨਾਂ ਵੱਲੋਂ ਹੁੰਦਾ ਜੀ ਹਰ ਰੋਜ਼। ਬਾਬਾ ਜੀ ਦੀ ਮਿਹਰ ਨਾਲ ਇਹ ਚੱਲਦਾ ਲੰਗਰ। ਅਸੀਂ ਹਰ ਰੋਜ਼ ਸ਼ਾਮ ਨੂੰ ਦੇ ਕੇ ਜਾਂਦੇ ਹਾਂ ਜੀ ਲੰਗਰ। ਕਿੰਨੇ ਕੁ ਲੋਕਾਂ ਦਾ ਖਾਣਾ ਲਿਆ? ਜਿੰਨਾ ਵੀ ਸਾਨੂੰ ਮੈਸੇਜ ਆਉਂਦਾ ਜੀ ਡਾਈਟ ਦਾ, ਜਿੰਨੇ ਮਰੀਜ਼ਾਂ ਦਾ ਸਾਨੂੰ ਜਾਂਦਾ ਉਸ ਤੋਂ ਅਸੀਂ 10 ਜਾਂ 20 ਵੱਧ ਦੇ ਕੇ ਜਾਂਦੇ ਹਾਂ। ਹਾਂਜੀ ਤੇ ਫਿਰ ਹੁਣ ਇੱਥੇ ਜਿਹੜਾ ਕਰੋਨਾ ਦਾ ਵਾਰਡ ਬਣਾ ਦਿੱਤਾ ਗਿਆ, ਨਹੀਂ ਥੋੜਾ ਬਹੁਤਾ ਖੌਫ ਹੋ ਰਿਹਾ ਜੀ। ਇਹ ਦੇਖੋ ਹਰ ਇੱਕ ਨੂੰ ਹੀ ਆ ਖੌਫ ਤਾਂ। ਜਦੋਂ ਵੀ ਅਸੀਂ ਲੰਗਰ ਲੈ ਕੇ ਆਉਂਦੇ ਹਾਂ, ਜਦੋਂ ਉੱਥੇ ਸਾਡੇ ਕੋਲੇ ਪਿੱਛੇ ਵੀ ਜਿਹੜੇ ਸੋਸ਼ਲ ਵਰਕਰ ਆ ਜਿਹੜੇ ਬਣਾ ਰਹੇ ਆ ਲੰਗਰ, ਉਹ ਵੀ ਇਸ ਚੀਜ਼ ਤੋਂ ਪਰਹੇਜ਼ ਕਰ ਰਹੇ ਆ। ਬਾਕੀ ਇਹ ਮਰੀਜ਼ਾਂ ਤੋਂ ਹੀ ਪਤਾ ਲੱਗ ਗਿਆ, ਮਰੀਜ਼ ਬਹੁਤ ਘਟ ਰਹੇ ਆ। ਫਿਰ ਉਹ ਮਰੀਜ਼ ਜਾਣਗੇ ਕਿੱਥੇ? ਕੀ ਲੱਗਦਾਗਾ ਤੁਹਾਨੂੰ ਜਿਨ੍ਹਾਂ ਦੀ ਤੁਸੀਂ ਸੇਵਾ ਕਰ ਰਹੇ ਸੀ, ਕੈਂਸਰ ਪੇਸ਼ੈਂਟਸ ਜਿਹੜੇ ਇੱਥੇ ਆਉਂਦੇ ਸੀਗੇ, ਹੁਣ ਉਹਨਾਂ ਦਾ ਕੀ ਰਾਹ ਬੰਦ ਹੋ ਗਿਆ ਹੋਣਾ ਫਿਰ ਤਾਂ? ਦੇਖੋ ਜੀ ਇਹ ਜਿਹੜਾ ਹੈਗਾ ਪਹਿਲਾਂ ਹੀ ਮਰੀਜ਼ ਜਿਹੜੇ ਬਿਮਾਰ ਆ ਉਹਨਾਂ ਨੂੰ ਤਾਂ ਪਹਿਲਾਂ ਹੀ ਜ਼ਿਆਦਾ ਕਵਰ ਕਰਦਾ ਹੈਗਾ, ਤੇ ਇਸ ਚੀਜ਼ ਤੋਂ ਇਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ। ਸਰਕਾਰ ਨੂੰ ਚਾਹੀਦਾ ਵੀ ਇੱਥੋਂ ਦੂਰ ਰੱਖਣ ਇਹਨਾਂ ਨੂੰ। ਅਸੀਂ ਬਸ ਆਨੇ ਆ ਜੀ ਸੈਨੀਟਾਈਜ਼ਰ ਕਰਕੇ, ਮੂੰਹ ਢੱਕ ਕੇ ਆ ਕੇ ਲੰਗਰ ਦੇ ਕੇ ਵਾਪਸ ਚਲੇ ਜਾਂਦੇ ਆ। ਆਪਦੇ ਆਪ ਨੂੰ ਤਾਂ ਬਹੁਤ ਪਰਹੇਜ਼ ਰੱਖਦੇ ਆ। ਜੇ ਆਪਾਂ ਮਰੀਜ਼ਾਂ ਦੀ ਗੱਲ ਕਰੀਏ ਤਾਂ ਇਹ ਨਹੀਂ ਹੋਣਾ ਚਾਹੀਦਾ। ਮਰੀਜ਼ ਤਾਂ ਜਦੋਂ ਆਪਾਂ ਕਹਿੰਦੇ ਆ ਜੋ ਪਹਿਲਾਂ ਮਰੀਜ਼ ਹੈ ਕਿਸੇ ਵੀ ਬਿਮਾਰੀ ਦਾ, ਤਾਂ ਉਹਨੂੰ ਜ਼ਿਆਦਾ ਧੱਕਾ ਕਰਦਾ ਕਰੋਨਾ, ਤੇ ਇਸ ਚੀਜ਼ ਤੋਂ ਬਚਾਅ ਰੱਖਣਾ ਜ਼ਰੂਰੀ ਹੈ ਨਾ। ਕਿੰਨਾ ਕੁ ਲੱਗਦਾ ਤੁਹਾਨੂੰ ਬਦਲਾਅ ਹੋ ਗਿਆਗਾ ਹੁਣ ਜਦੋਂ ਤੋਂ ਇੱਥੇ ਕਰੋਨਾ ਵਾਰਡ ਸ਼ਿਫਟ ਕੀਤਾ ਗਿਆ? ਹਾਫ ਹੋ ਗਈ ਅੱਧਾ। ਪਹਿਲਾਂ ਕਿੰਨੇ ਕੁ ਪੇਸ਼ੈਂਟ ਆ ਜਾਂਦੇ ਸੀ ਤੇ ਹੁਣ ਕਿੰਨੇ ਕੁ ਰਹਿ ਗਏ? ਪਹਿਲਾਂ 40-50 ਸੀਗੇ ਜੀ, ਹੁਣ 20-15 ਰਹਿ ਗਏ ਜੀ। ਬਹੁਤ ਵੱਡਾ ਫਰਕ ਪੈ ਰਿਹਾ ਹੈਗਾ ਜਿਹੜਾ ਕਿ ਇੱਥੇ ਜਿਹੜੇ ਕਰੋਨਾ ਦੇ ਪੇਸ਼ੈਂਟ ਸ਼ਿਫਟ ਹੋਣ ਤੋਂ ਬਾਅਦ, ਜਦੋਂ ਦੇ ਇੱਥੇ ਕਰੋਨਾ ਵਾਰਡ ਬਣਾਇਆ ਗਿਆ ਤਾਂ ਉਸ ਨੂੰ ਲੈ ਕੇ ਜਿਹੜੇ ਕੈਂਸਰ ਦੇ ਪੇਸ਼ੈਂਟਸ ਨੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਇਫੈਕਟ ਪੈ ਰਿਹਾ ਗਿਆ। ਜਿਹੜੇ ਇਲਾਜ ਕਰਾਉਣ ਦੇ ਲੋਕ ਆਉਂਦੇ ਸੀ ਤਾਂ ਉਹ ਹੁਣ ਇੱਥੇ ਇਲਾਜ ਕਰਾਉਣ ਦੇ ਲਈ ਨਹੀਂ ਆ ਰਹੇ ਨੇ। ਕੈਮਰਾ ਪਰਸਨ ਮਨੀਸ਼ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਔਨ 에ਅਰ ਬਠਿੰਡਾ।